ਬਹੁਤ ਹੀ ਪਿਆਰੇ ਬੱਚਿਓ, ਜਿਵੇਂ ਕਿ ਆਪਾਂ NTSC ਦੀ ਤਿਆਰੀ ਲਈ SST ਦੇ ਲੈਸਨ ਆਪਾਂ ਵੱਖ-ਵੱਖ ਟੌਪਿਕ ਜਿਹੜੇ ਕਰ ਰਹੇ ਹਾਂ, ਉਹਨਾਂ ਦੇ ਵਿੱਚ ਇੱਕ ਟੌਪਿਕ ਜਿਹੜਾ ਆਪਣਾ ਮਨੁੱਖੀ ਸੰਸਾਧਨ ਜਾਂ ਸਾਧਨ ਉਹ ਆਪਾਂ ਕਰਨਾ ਹੈ, ਜਿਸ ਦੇ ਵਿੱਚ ਆਪਾਂ ਜਿਸ ਤਰ੍ਹਾਂ ਦੇਖਦੇ ਹਾਂ ਕਿ ਵਿਸ਼ਵ ਦੇ ਵਿੱਚ ਜਿਹੜਾ ਭਾਰਤ ਹੈਗਾ ਹੈ, ਜਨਸੰਖਿਆ ਦੇ ਪੱਖੋਂ ਉਹ ਦੂਸਰੇ ਸਥਾਨ 'ਤੇ ਹੈ। ਪਹਿਲੇ ਸਥਾਨ 'ਤੇ ਚੀਨ ਹੈ। ਭਾਰਤ ਦੀ ਜਨਸੰਖਿਆ ਜੇਕਰ ਦੇਖੀਏ 2011 ਦੀ ਜਨਗਣਨਾ ਅਨੁਸਾਰ 1210.19 ਮਿਲੀਅਨ ਜਾਂ 121 ਕਰੋੜ ਹੈ। ਭਾਰਤ ਦੇ ਵਿੱਚ ਕਾਫੀ ਦਹਾਕਿਆਂ ਤੱਕ ਜ਼ਿਆਦਾ ਜਨਸੰਖਿਆ ਨੂੰ ਪੂੰਜੀ ਦੀ ਬਜਾਏ ਜ਼ਿੰਮੇਵਾਰੀ ਹੀ ਸਮਝਿਆ ਜਾਂਦਾ ਰਿਹਾ, ਪਰੰਤੂ ਇਹ ਜ਼ਰੂਰੀ ਨਹੀਂ ਕਿ ਇਹ ਜ਼ਿੰਮੇਵਾਰੀ ਹੈ। ਵਿਦਿਆਰਥੀਓ, ਆਪਾਂ ਅੱਜ ਇਸ ਟੌਪਿਕ ਦੇ ਵਿੱਚ ਇਹੀ ਗੱਲ ਜਾਣਨੀ ਹੈ ਕਿ ਕਿਵੇਂ ਦੇਸ਼ ਦੀ ਜਨਸੰਖਿਆ ਨੂੰ ਪੂੰਜੀ ਬਣਾਇਆ ਜਾ ਸਕਦਾ ਹੈ। ਜਿਸ ਤਰ੍ਹਾਂ ਇੱਕ ਰਾਸ਼ਟਰ ਜਾਂ ਸੰਸਥਾ ਜਾਂ ਵਿਅਕਤੀ ਦੁਆਰਾ ਆਪਣੀ ਆਮਦਨ ਵਿੱਚ ਵਾਧਾ ਕਰਨ ਦੇ ਉਪਾਅ ਨੂੰ ਸਾਧਨ ਕਹਿੰਦੇ ਆ। ਜਿਵੇਂ ਕੁਝ ਸਾਧਨ ਸਾਨੂੰ ਕੁਦਰਤ ਦੁਆਰਾ ਪ੍ਰਦਾਨ ਕੀਤੇ ਗਏ ਆ, ਜਿਵੇਂ ਕਿ ਹਵਾ, ਖਣਿਜ ਪਦਾਰਥ, ਮਿੱਟੀ, ਪਾਣੀ ਆਦਿ। ਇਹ ਸਭ ਕੁਦਰਤ ਦੀ ਦੇਣ ਆ। ਇਹਨਾਂ ਸਾਧਨਾਂ ਨੂੰ ਵਰਤ ਕੇ ਮਨੁੱਖ ਆਪਣੀਆਂ ਲੋੜਾਂ ਨੂੰ ਪੂਰਾ ਕਰਕੇ ਅਤੇ ਆਪਣੀ ਸੰਤੁਸ਼ਟੀ ਕਰਦਾ ਹੈ। ਇਹ ਸਾਰੇ ਸਾਧਨ ਜਿਹੜੇ ਇਹ ਕੁਦਰਤੀ ਸਾਧਨ ਅਖਵਾਉਂਦੇ ਆ। ਹੁਣ ਗੱਲ ਕਰੀਏ ਜੇਕਰ ਦੇਸ਼ ਦੀ ਜਨਸੰਖਿਆ ਦਾ ਆਕਾਰ, ਇਸ ਦੀ ਕੁਸ਼ਲਤਾ, ਵਿਦਿਅਕ ਗੁਣ, ਉਤਪਾਦਕਤਾ ਆਦਿ, ਇਹ ਸਾਰੇ ਮਨੁੱਖੀ ਸਾਧਨ ਅਖਵਾਉਂਦੇ ਆ। ਮਨੁੱਖੀ ਸਾਧਨ ਕਿਸੇ ਵੀ ਦੇਸ਼ ਲਈ ਬਹੁਤ ਮਹੱਤਵਪੂਰਨ ਸਾਧਨ ਹਨ, ਕਿਉਂਕਿ ਇਹ ਕੁਦਰਤੀ ਸਾਧਨਾਂ ਨੂੰ ਹੋਰ ਜ਼ਿਆਦਾ ਉਪਯੋਗੀ ਬਣਾ ਦਿੰਦੇ ਹਨ। ਜਿਸ ਦੇਸ਼ ਕੋਲ ਜ਼ਿਆਦਾ ਪੜ੍ਹੇ ਲਿਖੇ ਅਤੇ ਕੁਸ਼ਲ ਲੋਕ ਹੋਣਗੇ, ਉਹ ਦੇਸ਼ ਉਨੀ ਹੀ ਜ਼ਿਆਦਾ ਤਰੱਕੀ ਕਰੇਗਾ, ਬਸ਼ਰਤੇ ਕਿ ਉਹ ਇਹਨਾਂ ਸਾਧਨਾਂ ਦੀ ਸਹੀ ਵਰਤੋਂ ਕਰਕੇ ਉਤਪਾਦਨ ਨੂੰ ਵਧਾਵੇ। ਸੰਸਾਰ ਦੇ ਕਈ ਵਿਕਾਸਸ਼ੀਲ ਅਤੇ ਘੱਟ ਵਿਕਸਿਤ ਦੇਸ਼ ਆਰਥਿਕ ਪੱਖ ਤੋਂ ਘੱਟ ਵਿਕਸਿਤ ਹੁੰਦੇ ਆ, ਕਿਉਂਕਿ ਉਹਨਾਂ ਕੋਲ ਕੁਦਰਤੀ ਸਾਧਨਾਂ ਦੀ ਕਮੀ ਹੈ, ਬਲਕਿ ਇਸ ਕਰਕੇ ਵੀ ਉਹਨਾਂ ਕੋਲ ਗੁਣਵਾਨ ਮਨੁੱਖੀ ਸਾਧਨਾਂ ਦੀ ਵੀ ਘਾਟ ਹੁੰਦੀ ਹੈਗੀ ਆ। ਇਸ ਕਰਕੇ ਉਹ ਦੇਸ਼ ਘੱਟ ਵਿਕਸਿਤ ਹੁੰਦੇ ਹਨ। ਜੇਕਰ ਆਪਾਂ ਗੱਲ ਕਰੀਏ ਕਿ ਮਨੁੱਖੀ ਸੰਸਾਧਨ ਜਾਂ ਸਾਧਨ ਕੀ ਹੁੰਦੇ ਹਨ, ਕਿਸੇ ਵੀ ਦੇਸ਼ ਦੇ ਉਹ ਕੰਮ ਕਰਨ ਵਾਲੇ ਲੋਕ ਜਿਹੜੇ ਆਪਣੀ ਵਰਤਮਾਨ ਉਤਪਾਦਨ ਕੁਸ਼ਲਤਾ ਅਤੇ ਯੋਗਤਾ ਨਾਲ ਕੁੱਲ ਰਾਸ਼ਟਰੀ ਉਤਪਾਦਨ ਦੀ ਸਿਰਜਣਾ ਵਿੱਚ ਆਪਣਾ ਅਹਿਮ ਯੋਗਦਾਨ ਪਾਉਂਦੇ ਆ, ਉਹਨਾਂ ਨੂੰ ਮਨੁੱਖੀ ਸੰਸਾਧਨ ਕਹਿੰਦੇ ਆ। ਜਦੋਂ ਵਰਤਮਾਨ ਮਨੁੱਖੀ ਸੰਸਾਧਨ ਨੂੰ ਹੋਰ ਜ਼ਿਆਦਾ ਸਿੱਖਿਆ ਪ੍ਰਦਾਨ ਕਰਕੇ ਅਤੇ ਚੰਗੀ ਸਿਹਤ ਰਾਹੀਂ ਵਿਕਸਿਤ ਕੀਤਾ ਜਾਂਦਾ ਹੈ, ਤਾਂ ਇਸ ਨੂੰ ਮਨੁੱਖੀ ਪੂੰਜੀ ਨਿਰਮਾਣ ਕਿਹਾ ਜਾਂਦਾ ਹੈ। ਹੁਣ ਪ੍ਰਸ਼ਨ ਇਸ ਤਰ੍ਹਾਂ ਵੀ ਆ ਸਕਦਾ NTSC ਦੇ ਵਿੱਚ ਵੀ ਚੰਗੀ ਸਿਹਤ ਵਿਕਸਿਤ ਕਰਕੇ ਕੀਤੀ ਜਾਂਦੀ ਹੈ ਤਾਂ ਉਹ ਕਿਹੜੇ ਸਾਧਨ ਬਣ ਜਾਂਦੇ ਆ। ਤਾਂ ਇੱਥੇ ਇਹੀ ਉੱਤਰ ਬਣਦਾ ਹੈਗਾ ਕਿ ਜਦੋਂ ਵਰਤਮਾਨ ਮਨੁੱਖੀ ਸੰਸਾਧਨਾਂ ਨੂੰ ਚੰਗੀ ਸਿਹਤ ਪ੍ਰਦਾਨ ਕਰਕੇ ਉਹਨਾਂ ਨੂੰ ਵਿਕਸਿਤ ਕੀਤਾ ਜਾਂਦਾ ਤਾਂ ਇਹ ਮਨੁੱਖੀ ਪੂੰਜੀ ਨਿਰਮਾਣ ਬਣ ਜਾਂਦਾ ਹੈ। ਇਸ ਤਰ੍ਹਾਂ ਜਦੋਂ ਮਨੁੱਖੀ ਸੰਸਾਧਨਾਂ ਵਿੱਚ ਸਿਖਲਾਈ, ਸਿੱਖਿਆ ਅਤੇ ਸੇਵਾਵਾਂ ਦੇ ਰੂਪ ਵਿੱਚ ਨਿਵੇਸ਼ ਕੀਤਾ ਜਾਂਦਾ ਤਾਂ ਮਨੁੱਖੀ ਪੂੰਜੀ ਬਣਦੀ ਹੈ। ਇਹੀ ਮਨੁੱਖੀ ਪੂੰਜੀ ਹੈ ਜਿਹੜੀ ਦੇਸ਼ ਦੇ ਕੁੱਲ ਰਾਸ਼ਟਰੀ ਉਤਪਾਦ ਨੂੰ ਵਧਾਉਂਦੀ ਹੈ, ਜਿਸ ਨਾਲ ਦੇਸ਼ ਦਾ ਆਰਥਿਕ ਵਿਕਾਸ ਹੁੰਦਾ ਹੈ। ਜ਼ਿਆਦਾ ਸਿੱਖਿਆ ਅਤੇ ਬਿਹਤਰ ਸਿਖਲਾਈ ਵਾਲੇ ਲੋਕ ਉੱਚ ਉਤਪਾਦਕਤਾ
ਨੂੰ ਭਾਵ ਉਤਪਾਦਕਤਾ ਨੂੰ ਵਧਾਉਂਦੇ ਆ। ਮਨੁੱਖੀ ਪੂੰਜੀ ਵਿੱਚ ਨਿਵੇਸ਼ ਜ਼ਿਆਦਾ ਆਮਦਨ ਦਾ ਰੂਪ ਵਿੱਚ ਮੁਨਾਫਾ ਦਿੰਦਾ ਹੈ। ਜਿਸ ਤਰ੍ਹਾਂ ਆਪਾਂ ਇੱਕ ਉਦਾਹਰਨ ਲੱਗੇ, ਭਾਰਤ ਵਿੱਚ ਹਰੀ ਕ੍ਰਾਂਤੀ ਇਸ ਤਰ੍ਹਾਂ ਦੀ ਇੱਕ ਉਦਾਹਰਨ ਹੈ। ਕਿਸ ਪ੍ਰਕਾਰ ਗਿਆਨ ਅਤੇ ਬਿਹਤਰ ਤਕਨੀਕਾਂ ਰਾਹੀਂ ਜਿਹੜਾ ਫਸਲਾਂ ਦੇ ਕਣਕ ਅਤੇ ਚਾਵਲ ਦੇ ਉਤਪਾਦਨ ਦੇ ਵਿੱਚ ਤੇਜ਼ੀ ਨਾਲ ਵਾਧਾ ਹੋਇਆ। ਇਹ ਤਾਂ ਹੀ ਵਾਧਾ ਹੋਇਆ ਕਿਉਂਕਿ ਬਿਹਤਰ ਸਿੱਖਿਆ ਅਤੇ ਬਿਹਤਰ ਤਕਨੀਕਾਂ ਕਾਰਨ ਜਿਹੜਾ ਕੁੱਲ ਉਤਪਾਦਨ ਦੇ ਵਿੱਚ ਵਾਧਾ ਹੋਇਆ। ਜੇਕਰ ਮਨੁੱਖੀ ਪੂੰਜੀ ਬਾਕੀ ਸਾਧਨਾਂ ਜਿਵੇਂ ਕਿ ਭੂਮੀ ਅਤੇ ਭੌਤਿਕ ਪੂੰਜੀ ਜਿਹੜੀਆਂ ਕਿ ਆਪਣੇ ਆਪ ਪ੍ਰਯੋਗ ਨਹੀਂ ਕੀਤੀਆਂ ਜਾ ਸਕਦੀਆਂ ਨਾਲੋਂ ਉੱਤਮ ਕਹਾਉਂਦੀ ਆ, ਮਨੁੱਖੀ ਸਾਧਨ ਹੀ ਭੂਮੀ ਅਤੇ ਭੌਤਿਕ ਪੂੰਜੀ ਦਾ ਪ੍ਰਯੋਗ ਕਰ ਸਕਦਾ ਹੈ। ਜੇਕਰ ਮਨੁੱਖੀ ਪੂੰਜੀ ਦੇ ਵਿੱਚ ਜ਼ਿਆਦਾ ਨਿਵੇਸ਼ ਕੀਤਾ ਜਾਵੇ ਤਾਂ ਜਨਸੰਖਿਆ ਨੂੰ ਇੱਕ ਉਤਪਾਦਕ ਪ੍ਰਸੰਪਤੀ ਦੇ ਰੂਪ ਵਿੱਚ ਬਦਲਿਆ ਜਾ ਸਕਦਾ ਹੈ। ਜਿਵੇਂ ਕਿ ਮਨੁੱਖੀ ਸਾਧਨਾਂ ਨੂੰ ਸਿੱਖਿਆ ਅਤੇ ਸਿਹਤ ਸੇਵਾਵਾਂ ਪ੍ਰਦਾਨ ਕਰਕੇ ਉਦਯੋਗਾਂ ਅਤੇ ਖੇਤੀਬਾੜੀ ਦੇ ਮਜ਼ਦੂਰਾਂ ਨੂੰ ਆਧੁਨਿਕ ਜਿਹੜੀਆਂ ਤਕਨੀਕਾਂ ਦਾ ਪ੍ਰਯੋਗ ਦੀ ਸਿਖਲਾਈ ਦੇਣ ਆਦਿ ਦੇ ਖਰਚ ਕਰਕੇ ਵੱਧ ਉਤਪਾਦਨ ਨਾਲ ਦੇਸ਼ ਨੂੰ ਅੱਗੇ ਲਿਜਾਇਆ ਜਾ ਸਕਦਾ ਹੈ, ਦੇਸ਼ ਦਾ ਵਿਕਾਸ ਕੀਤਾ ਜਾ ਸਕਦਾ ਹੈ। ਹੁਣ ਮਨੁੱਖੀ ਸਾਧਨਾਂ ਦੀ ਮਨੁੱਖੀ ਸੰਸਾਧਨ ਰਾਹੀਂ ਕੀਤੀਆਂ ਗਈਆਂ ਕਿਰਿਆਵਾਂ ਦੀ ਗੱਲ ਕਰੀਏ ਤਾਂ ਦੋ ਤਰ੍ਹਾਂ ਦੀਆਂ ਇਹ ਕਿਰਿਆਵਾਂ ਹੁੰਦੀਆਂ ਹਨ। ਇੱਕ ਆਰਥਿਕ ਕਿਰਿਆਵਾਂ, ਇੱਕ ਗੈਰ ਆਰਥਿਕ ਕਿਰਿਆਵਾਂ। ਜੇਕਰ ਹੁਣ ਆਰਥਿਕ ਕਿਰਿਆਵਾਂ ਦੀ ਗੱਲ ਕਰੀਏ, ਆਰਥਿਕ ਕਿਰਿਆਵਾਂ ਦੇ ਵਿੱਚ ਮਨੁੱਖ ਦੁਆਰਾ ਕੀਤੀਆਂ ਗਈਆਂ ਉਹ ਸਾਰੀਆਂ ਗਤੀਵਿਧੀਆਂ ਆ ਜਾਂਦੀਆਂ ਹਨ ਜੋ ਮਨੁੱਖ ਦੁਆਰਾ ਧਨ ਕਮਾਉਣ ਲਈ ਕੀਤੀਆਂ ਜਾਂਦੀਆਂ ਹਨ। ਜਿਸ ਤਰ੍ਹਾਂ ਕੋਈ ਵਿਅਕਤੀ ਧਨ ਕਮਾਉਣ ਲਈ ਕੰਮ ਕਰਦਾ ਹੈ, ਉਹ ਆਪਣੇ ਖੇਤਾਂ 'ਚ ਕੰਮ ਕਰਦਾ ਹੈ, ਕਿਸੇ ਕੰਪਨੀ ਦੇ ਵਿੱਚ ਕੰਮ ਕਰਦਾ ਹੈਗਾ, ਜਿਸ ਤੋਂ ਉਹਨੂੰ ਧਨ ਮਿਲਦਾ ਹੈ, ਤਾਂ ਇਹ ਸਾਰੀਆਂ ਆਰਥਿਕ ਕਿਰਿਆਵਾਂ ਹੋ ਗਈਆਂ। ਜੇਕਰ ਅੱਗੇ ਆਰਥਿਕ ਕਿਰਿਆਵਾਂ ਨੂੰ ਤਿੰਨ ਮੁੱਖ ਖੇਤਰਾਂ ਵਿੱਚ ਵੰਡ ਲਈਏ ਤਾਂ ਪਹਿਲਾ ਖੇਤਰ ਮੁੱਢਲਾ ਖੇਤਰ। ਇਸ ਖੇਤਰ ਦੇ ਵਿੱਚ ਕੁਦਰਤੀ ਸਾਧਨਾਂ ਦੀ ਵਰਤੋਂ ਕਰਕੇ ਉਤਪਾਦਨ ਕੀਤਾ ਜਾਂਦਾ ਹੈ, ਉਸ ਨੂੰ ਮੁੱਢਲਾ ਖੇਤਰ ਕਹਿੰਦੇ ਹੈ। ਜਿਸ ਖੇਤਰ ਦੇ ਵਿੱਚ ਕੁਦਰਤੀ ਸਾਧਨਾਂ ਦੀ ਵਰਤੋਂ ਕਰਕੇ ਉਤਪਾਦਨ ਕੀਤਾ ਜਾਂਦਾ ਉਸ ਨੂੰ ਮੁੱਢਲਾ ਖੇਤਰ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਖੇਤੀਬਾੜੀ, ਪਸ਼ੂ ਪਾਲਣਾ, ਡੇਅਰੀ ਫਾਰਮਿੰਗ, ਮੁਰਗੀ ਪਾਲਣਾ, ਮੱਛੀ ਪਾਲਣਾ। ਦੂਸਰੇ ਨੰਬਰ 'ਤੇ ਗੌਣ ਖੇਤਰ ਆ ਜਾਂਦਾ ਹੈ। ਇਸ ਖੇਤਰ ਦੇ ਵਿੱਚ ਉਹ ਕਿਰਿਆਵਾਂ ਆਉਂਦੀਆਂ ਹਨ ਜਿਹੜੀਆਂ ਮੁੱਢਲਾ ਖੇਤਰ ਭਾਵ ਪ੍ਰਾਇਮਰੀ ਖੇਤਰ ਦੇ ਉਤਪਾਦ ਨੂੰ ਕੱਚੇ ਮਾਲ ਦੇ ਰੂਪ ਵਿੱਚ ਪ੍ਰਯੋਗ ਕਰਕੇ ਅੰਤਮ ਵਸਤੂਆਂ ਦਾ ਉਤਪਾਦਨ ਕਰਦੀਆਂ ਹਨ। ਉਦਾਹਰਨ ਦੇ ਤੌਰ 'ਤੇ ਗੰਨੇ ਤੋਂ ਗੁੜ ਬਣਾਉਣਾ, ਕਪਾਹ ਤੋਂ ਕੱਪੜਾ ਬਣਾਉਣਾ। ਤੀਸਰਾ ਖੇਤਰ ਆ ਜਾਂਦਾ ਹੈ ਸੇਵਾ ਖੇਤਰ। ਸੇਵਾ ਖੇਤਰ ਦੇ ਵਿੱਚ ਉਹ ਸੇਵਾਵਾਂ ਅਤੇ ਕਿੱਤੇ ਆਉਂਦੇ ਆ ਜਿਹੜੇ ਕਿ ਮੁੱਢਲੇ ਅਤੇ ਗੌਣ ਖੇਤਰ ਦੀਆਂ ਕਿਰਿਆਵਾਂ ਦੀ ਸਹਾਇਤਾ ਲਈ ਜ਼ਰੂਰੀ ਹਨ, ਜਿਵੇਂ ਕਿ ਵਪਾਰ, ਆਵਾਜਾਈ ਸੰਚਾਰ, ਬੈਂਕਿੰਗ, ਬੀਮਾ, ਸਿਹਤ ਸਹੂਲਤਾਂ, ਸਿੱਖਿਆ। ਇਸ ਖੇਤਰ ਦੀਆਂ ਕਿਰਿਆਵਾਂ ਵਸਤੂਆਂ ਦੇ ਉਤਪਾਦਨ ਵਿੱਚ ਸਹਾਇਤਾ ਕਰਦੀਆਂ। ਹੁਣ ਅਗਲੀ ਗੱਲ ਕਰੀਏ ਆਪਾਂ ਗੈਰ ਆਰਥਿਕ ਕਿਰਿਆਵਾਂ। ਗੈਰ ਆਰਥਿਕ ਕਿਰਿਆਵਾਂ ਉਹ ਕਿਰਿਆਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਕਰਨ ਨਾਲ ਮਨੁੱਖ ਨੂੰ ਕੋਈ ਆਮਦਨ ਪ੍ਰਾਪਤ ਜਾਂ ਧਨ ਪ੍ਰਾਪਤ ਨਹੀਂ ਹੁੰਦਾ। ਇਹ ਕਿਰਿਆਵਾਂ ਅਰਥ ਵਿਵਸਥਾ ਵਿੱਚ ਵਸਤੂਆਂ ਅਤੇ ਸੇਵਾਵਾਂ ਦੇ ਪ੍ਰਵਾਹ ਦੇ ਵਿੱਚ ਹਿੱਸਾ ਨਹੀਂ ਪਾਉਂਦੀਆਂ, ਜਿਵੇਂ ਕਿ ਅਧਿਆਪਕ ਵੱਲੋਂ ਆਪਣੇ ਬੱਚੇ ਨੂੰ ਘਰੇ ਪੜ੍ਹਾਉਣਾ, ਕਿਸੇ ਗ੍ਰਹਿਣੀ ਵੱਲੋਂ ਆਪਣੇ ਕੱਪੜੇ ਸਿਉਣੇ, ਜਾਂ ਕਿਸੇ ਗ੍ਰਹਿਣੀ ਵੱਲੋਂ ਆਪਣੇ ਘਰ ਦਾ ਕੰਮ ਕਰਨਾ, ਕਿਉਂਕਿ ਇਸ ਦੇ ਬਦਲੇ ਉਹਨੂੰ ਕੋਈ ਧਨ ਪ੍ਰਾਪਤ ਨਹੀਂ ਹੁੰਦਾ। ਇਸ ਕਰਕੇ ਇਹ ਗੈਰ ਆਰਥਿਕ ਕਿਰਿਆਵਾਂ ਹੁੰਦੀਆਂ। ਉਸ ਤੋਂ ਅੱਗੇ ਆਪਾਂ ਗੱਲ ਕਰੀਏ ਵੀ ਜਨਸੰਖਿਆ ਦੀ ਗੁਣਵੱਤਾ ਦੀ। ਜਨਸੰਖਿਆ ਦੀ ਗੁਣਵੱਤਾ ਕੀ ਆ? ਦੇਸ਼ ਦੇ ਲੋਕਾਂ ਦੇ ਵੱਲੋਂ ਪ੍ਰਾਪਤ ਕੀਤੀ ਚੰਗੀ ਸਿੱਖਿਆ, ਲੋਕਾਂ ਦੀ ਚੰਗੀ ਸਿਹਤ ਅਤੇ ਨਿਪੁੰਨਤਾ, ਇਹ ਸਾਰੀ ਦੇਸ਼ ਦੇ ਉਤਪਾਦਨ ਦੇ ਵਿਕਾਸ ਦੇ ਵਿੱਚ ਹਿੱਸਾ ਪਾਉਂਦੀ ਹੈ। ਜਨਸੰਖਿਆ ਦੀ ਗੁਣਵੱਤਾ ਦੇਸ਼ ਜਾਂ ਅਰਥ ਵਿਵਸਥਾ ਦੇ ਵਾਧੇ ਅਤੇ ਵਿਕਾਸ ਦੀ ਦਰ ਨਿਸ਼ਚਿਤ ਕਰਦੀ ਆ। ਕਿ ਦੇਸ਼ ਦੀ ਜਨਸੰਖਿਆ ਕਿੰਨੀ ਪੜ੍ਹੀ ਲਿਖੀ ਹੈ, ਉਹਨਾਂ ਦੀ ਸਿਹਤ ਕਿਸ ਤਰ੍ਹਾਂ ਦੀ ਹੈ, ਉਹਨਾਂ ਦੀ ਕਾਰਜਕੁਸ਼ਲਤਾ ਕੀ ਹੈ, ਇਹ ਸਾਰੀ ਗੁਣਵੱਤਾ ਦੇ ਅਧੀਨ ਆਉਂਦੀ ਹੈ। ਅਨਪੜ੍ਹ ਅਤੇ ਅਸਵਸਥ ਜਿਹੜੀ ਜਨਸੰਖਿਆ ਅਰਥ ਵਿਵਸਥਾ ਲਈ ਦੇਣਦਾਰੀ
ਹੁੰਦੀ ਹੈ, ਜਦੋਂ ਕਿ ਜਿਹੜੀ ਪੜ੍ਹੀ ਲਿਖੀ ਅਤੇ ਸਿਹਤਮੰਦ ਜਨਸੰਖਿਆ ਉਹ ਪਰਸੰਪਤੀ ਹੁੰਦੀ ਹੈ। ਹੁਣ ਜੇਕਰ ਭਾਰਤ ਦੇ ਵਿੱਚ ਸਾਖਰਤਾ ਦੀ ਦਰ ਦੀ ਗੱਲ ਕਰੀਏ, 2011 ਦੀ ਜਨਗਣਨਾ ਦੇ ਅਨੁਸਾਰ ਭਾਰਤ ਦੀ ਕੁੱਲ ਸਾਖਰਤਾ ਦਰ 74.04% ਹੈ, ਜਿਸ ਦੇ ਵਿੱਚ ਪੁਰਸ਼ਾਂ ਦੀ ਜਿਹੜੀ ਸਾਖਰਤਾ ਦਰ ਹੈਗੀ ਹੈ ਉਹ 82.14%, ਮਹਿਲਾਵਾਂ ਦੀ ਸਾਖਰਤਾ ਦਰ 65.46% ਹੈ। ਜਦੋਂ ਕਿ ਭਾਰਤ ਦੇ ਰਾਜਾਂ ਦੀ ਗੱਲ ਕਰਦੇ ਹਾਂ, ਉਸ ਦੇ ਵਿੱਚ ਜਿਹੜਾ ਕੇਰਲ ਰਾਜ ਹੈ ਉਸ ਦੀ ਸਾਖਰਤਾ ਦਰ ਸਭ ਤੋਂ ਵੱਧ ਹੈ। ਉਸ ਦੀ ਸਾਖਰਤਾ ਦਰ 93.91% ਦਰਜ ਕੀਤੀ ਗਈ ਆ, ਜਦੋਂ ਕਿ ਸਭ ਤੋਂ ਘੱਟ ਸਾਖਰਤਾ ਦਰ ਬਿਹਾਰ ਰਾਜ ਦੀ ਹੈ, ਜਿਸ ਦੇ ਵਿੱਚ 63.82% ਜਿਹੜੀ ਸਾਖਰਤਾ ਦਰ ਦਰਜ ਕੀਤੀ ਗਈ ਹੈ। ਜੇਕਰ ਪੰਜਾਬ ਦੀ ਸਾਖਰਤਾ ਦਰ ਦੀ ਗੱਲ ਕਰੀਏ 2011 ਦੀ ਜਨਗਣਨਾ ਅਨੁਸਾਰ ਤਾਂ 75.84% ਪੰਜਾਬ ਦੀ ਸਾਖਰਤਾ ਦਰ ਹੈ, ਜਿਸ ਵਿੱਚ ਪੁਰਸ਼ਾਂ ਦੀ ਸਾਖਰਤਾ ਦਰ ਜਿਹੜੀ ਉਹ 80.44% ਹੈ ਅਤੇ ਮਹਿਲਾਵਾਂ ਦੀ ਸਾਖਰਤਾ ਦਰ 70.73% ਦਰਜ ਕੀਤੀ ਗਈ ਹੈ। ਇਸੇ ਤਰ੍ਹਾਂ ਜੇਕਰ ਆਪਾਂ ਮਨੁੱਖੀ ਜਾਂ ਜਨਸੰਖਿਆ ਦੇ ਉੱਪਰ ਕੀਤੇ ਗਏ ਨਿਵੇਸ਼ ਦੀ ਗੱਲ ਕਰੀਏ ਤਾਂ ਪਹਿਲੀ 5 ਸਾਲਾ ਯੋਜਨਾ ਦੇ ਅਧੀਨ 151 ਕਰੋੜ ਰੁਪਏ ਖਰਚ ਹੋਏ, ਜਦੋਂ ਕਿ 11ਵੀਂ 5 ਸਾਲਾ ਯੋਜਨਾ ਦੇ ਵਿੱਚ 3766.90 ਕਰੋੜ ਜਿਹੜੇ ਰੁਪਏ ਹੈਗੇ ਆ ਉਹ ਸਿੱਖਿਆ ਸੰਸਥਾਵਾਂ ਦੇ ਜਾਂ ਸਿੱਖਿਆ ਦੇ ਵਿਕਾਸ ਲਈ ਖਰਚ ਕੀਤੇ ਗਏ। ਹੁਣ ਸਰਵ ਸਿੱਖਿਆ ਦੇ ਅਧੀਨ ਹਰੇਕ 6 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਲਈ ਜਿਹੜਾ ਲਾਜ਼ਮੀ ਐਲੀਮੈਂਟਰੀ ਸਿੱਖਿਆ ਪ੍ਰਦਾਨ ਕਰਨ ਦਾ ਮਹੱਤਵਪੂਰਨ ਕਦਮ ਆ ਜਿਹੜਾ ਉਹ ਸਰਕਾਰ ਦੁਆਰਾ ਚੱਕਿਆ ਜਾ ਰਿਹਾ ਹੈ। ਇਸੇ ਤਰ੍ਹਾਂ ਜੇਕਰ ਸਿਹਤ ਦੀ ਗੱਲ ਕਰੀਏ ਤਾਂ ਜਿਹੜਾ ਇੱਕ ਸਿਹਤਮੰਦ ਵਿਅਕਤੀ ਹੈ ਉਹ ਦੇਸ਼ ਦੇ ਕੁੱਲ ਰਾਸ਼ਟਰੀ ਉਤਪਾਦ ਦੇ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ, ਕਿਉਂਕਿ ਮਨੁੱਖ ਦੀ ਕੰਮ ਕਰਨ ਦੀ ਯੋਗਤਾ ਅਤੇ ਸਮਰੱਥਾ ਉਹ ਉਹਦੀ ਸਿਹਤ 'ਤੇ ਨਿਰਭਰ ਕਰਦੀ ਆ। ਜਦੋਂ ਮਨੁੱਖ ਸਰੀਰਕ ਅਤੇ ਮਾਨਸਿਕ ਪੱਖ ਤੋਂ ਤੰਦਰੁਸਤ ਹੁੰਦਾ ਹੈ ਤਾਂ ਉਸਦੀ ਸਿਹਤ ਚੰਗੀ ਹੁੰਦੀ ਹੈਗੀ। ਜੇਕਰ ਭਾਰਤ ਦੇ ਵਿੱਚ 1951 ਦੇ ਦੌਰਾਨ ਦੀ ਗੱਲ ਕਰੀਏ, ਬਾਲ ਮੌਤ ਦਰ ਜਾਂ ਸ਼ਿਸ਼ੂ ਮੌਤ ਦਰ ਉਹ 147 ਪ੍ਰਤੀ ਹਜ਼ਾਰ ਸੀ, ਜੋ ਘਟ ਕੇ 2015 ਦੇ ਵਿੱਚ 37 ਬੱਚੇ ਪ੍ਰਤੀ ਹਜ਼ਾਰ ਹੋ ਗਈ ਹੈ। ਤਾਂ ਜਿਹੜਾ ਸਿਹਤ ਦੇ ਪੱਖ ਤੋਂ ਤੰਦਰੁਸਤ ਵਿਅਕਤੀ ਉਹ ਦੇਸ਼ ਦੇ ਵਿਕਾਸ ਵਿੱਚ ਆਪਣਾ ਮਹੱਤਵਪੂਰਨ ਹਿੱਸਾ ਪਾਉਂਦਾ ਹੈ। ਜੇਕਰ ਬੇਰੁਜ਼ਗਾਰੀ ਕੀ ਆ? ਬੇਰੁਜ਼ਗਾਰੀ ਉਹ ਸਥਿਤੀ ਹੁੰਦੀ ਹੈ ਜਦੋਂ ਕੋਈ ਵਿਅਕਤੀ ਮਜ਼ਦੂਰੀ ਦੀ ਪ੍ਰਚਲਿਤ ਦਰ ਉੱਤੇ, ਜੋ ਮਜ਼ਦੂਰੀ ਦੀ ਦਰ ਚੱਲ ਰਹੀ ਹੈ, ਉਸ 'ਤੇ ਕੰਮ ਕਰਨ ਲਈ ਤਿਆਰ ਹੋਵੇ, ਜਾਂ ਲੋਕ ਉਸ ਪ੍ਰਚਲਿਤ ਦਰ ਉੱਪਰ ਕੰਮ ਕਰਨ ਲਈ ਤਿਆਰ ਹੋਣ ਪਰ ਉਹਨਾਂ ਨੂੰ ਕੰਮ ਨਾ ਮਿਲੇ, ਤਾਂ ਉਹ ਬੇਰੁਜ਼ਗਾਰੀ ਦੀ ਸਥਿਤੀ ਹੁੰਦੀ ਹੈਗੀ ਆ। ਭਾਰਤ ਦੇ ਵਿੱਚ ਜੇਕਰ ਕਿਰਤੀ ਸ਼ਕਤੀ ਦੀ ਗੱਲ ਕਰੀਏ, ਜੋ ਲੋਕ ਆਪਣਾ ਵਿਸ਼ੇਸ਼ ਯੋਗਦਾਨ ਪਾਉਂਦੇ ਹਨ, ਉਹਨਾਂ ਦੀ ਉਮਰ 15 ਸਾਲ ਤੋਂ 59 ਸਾਲ ਤੱਕ ਦੀ ਹੈ। 15 ਸਾਲ ਤੋਂ 59 ਸਾਲ ਤੱਕ ਦੇ ਲੋਕ ਜਿਹੜੇ ਹੈਗੇ ਆ ਉਹ ਭਾਰਤ ਦੀ ਕੁੱਲ ਉਤਪਾਦਕਤਾ ਦੇ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਇਸੇ ਪ੍ਰਕਾਰ ਦੇਸ਼ ਦੀ ਬੇਰੁਜ਼ਗਾਰੀ ਦੀ ਜਦੋਂ ਦਰ ਨਿਸ਼ਚਿਤ ਕੀਤੀ ਜਾਂਦੀ ਹੈ ਤਾਂ ਇਸ ਵਿੱਚ ਉਹ ਲੋਕ ਜਿਹੜੇ ਕੰਮ ਕਰਨ ਵਿੱਚ ਅਸਮਰੱਥ ਹਨ, ਜਿਵੇਂ ਕੋਈ ਬਿਮਾਰ ਵਿਅਕਤੀ, ਜ਼ਿਆਦਾ ਬੁੱਢੇ ਲੋਕ, ਛੋਟੇ ਬੱਚੇ, ਵਿਦਿਆਰਥੀ, ਇਹਨਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਇੱਕ ਸਰਵੇ ਜੋ ਭਾਰਤ ਸਰਕਾਰ ਨੇ ਕਰਵਾਇਆ, ਉਸ ਵਿੱਚ ਭਾਰਤ ਦੇ ਕੇਰਲ ਰਾਜ ਵਿੱਚ ਸਭ ਤੋਂ ਉੱਚੀ ਬੇਰੁਜ਼ਗਾਰੀ ਦਰ ਪਾਈ ਗਈ ਅਤੇ ਰਾਜਸਥਾਨ ਅਤੇ ਗੁਜਰਾਤ ਰਾਜਾਂ ਦੇ ਵਿੱਚ ਸਭ ਤੋਂ ਘੱਟ ਬੇਰੁਜ਼ਗਾਰੀ ਦਰ ਪਾਈ ਗਈ। ਸਾਲ 1983 ਤੋਂ ਲੈ ਕੇ ਸਾਲ 2011 ਤੱਕ ਭਾਰਤ ਦੀ ਔਸਤ ਬੇਰੁਜ਼ਗਾਰੀ ਦਰ 9% ਰਹੀ ਹੈ। ਦਸੰਬਰ 2011 ਵਿੱਚ ਭਾਰਤ ਦੀ ਬੇਰੁਜ਼ਗਾਰੀ ਦਰ 3.80% ਸੀ, ਜੋ ਕਿ ਕਾਫੀ ਘਟ ਗਈ। ਔਰਤਾਂ ਮਰਦਾਂ ਦੇ ਮੁਕਾਬਲੇ ਜ਼ਿਆਦਾ ਬੇਰੁਜ਼ਗਾਰ ਪਾਈਆਂ ਗਈਆਂ। ਹੁਣ ਬੇਰੁਜ਼ਗਾਰੀ ਦੀਆਂ ਕਈ ਕਿਸਮਾਂ ਹਨ, ਜਿਸ ਤਰ੍ਹਾਂ ਇੱਕ ਮੁੱਖ ਕਿਸਮ ਹੈ ਮੌਸਮੀ ਬੇਰੁਜ਼ਗਾਰੀ।
ਮੌਸਮੀ ਬੇਰੁਜ਼ਗਾਰੀ, ਜਿਵੇਂ ਤੁਹਾਨੂੰ ਨਾਂ ਤੋਂ ਹੀ ਪਤਾ ਹੈ, ਲੱਗਦਾ ਹੈ ਕਿ ਇਹ ਬੇਰੁਜ਼ਗਾਰੀ ਉਹ ਬੇਰੁਜ਼ਗਾਰੀ ਹੁੰਦੀ ਹੈ ਜਦੋਂ ਲੋਕਾਂ ਨੂੰ ਸਾਲ ਵਿੱਚ ਕੁਝ ਮਹੀਨੇ ਕੰਮ ਮਿਲਦਾ ਅਤੇ ਬਾਕੀ ਮਹੀਨਿਆਂ ਵਿੱਚ ਉਹ ਬੇਰੁਜ਼ਗਾਰ ਰਹਿੰਦੇ ਆ, ਉਹਨਾਂ ਨੂੰ ਕੋਈ ਕੰਮ ਨਹੀਂ ਮਿਲਦਾ। ਜਿਸ ਤਰ੍ਹਾਂ ਇੱਕ ਉਦਾਹਰਨ ਦੇ ਤੌਰ 'ਤੇ ਦੇਖੀਏ ਵੀ ਬਰਫ਼ ਦੇ ਕਾਰਖਾਨੇ ਹੈ, ਉਹ ਗਰਮੀਆਂ ਦੇ ਵਿੱਚ ਜ਼ਿਆਦਾ ਚੱਲਦੇ ਹੈ ਅਤੇ ਸਰਦੀਆਂ ਦੇ ਵਿੱਚ ਉਹ ਕਾਰਖਾਨੇ ਬੰਦ ਹੋ ਜਾਂਦੇ ਆ, ਤਾਂ ਉੱਥੇ ਕੰਮ ਕਰਨ ਵਾਲੇ ਮਜ਼ਦੂਰ ਜਿਹੜੇ ਉਹ ਬੇਰੁਜ਼ਗਾਰ ਹੋ ਜਾਂਦੇ ਹਨ। ਇਸੇ ਤਰ੍ਹਾਂ ਖੇਤੀਬਾੜੀ ਦੇ ਖੇਤਰ ਵਿੱਚ ਲੋਕ ਬਿਜਾਈ ਅਤੇ ਕਟਾਈ ਦੇ ਸਮੇਂ ਜਿਹੜੇ ਉਹ ਰੁਜ਼ਗਾਰ ਦੇ ਵਿੱਚ ਰੁੱਝੇ ਹੁੰਦੇ ਹਨ, ਉਹਨਾਂ ਨੂੰ ਕੰਮ ਮਿਲਦਾ ਹੈ ਅਤੇ ਬਾਕੀ ਮਹੀਨਿਆਂ ਦੇ ਵਿੱਚ ਉਹ ਬੇਰੁਜ਼ਗਾਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਛੁਪੀ ਹੋਈ ਬੇਰੁਜ਼ਗਾਰੀ ਦੀ ਗੱਲ ਕਰੀਏ ਤਾਂ ਕਿਸੇ ਕੰਮ ਦੇ ਵਿੱਚ ਲੋੜ ਤੋਂ ਵੱਧ ਮਜ਼ਦੂਰਾਂ ਦਾ ਲੱਗੇ ਹੋਣਾ ਜਾਂ ਲੋਕਾਂ ਦਾ ਲੱਗੇ ਹੋਣਾ, ਉਸ ਨੂੰ ਛੁਪੀ ਬੇਰੁਜ਼ਗਾਰੀ ਕਿਹਾ ਜਾਂਦਾ ਹੈ। ਜਾਂ ਆਪਾਂ ਇੱਕ ਉਦਾਹਰਨ ਰਾਹੀਂ ਸਪਸ਼ਟ ਕਰਦੇ ਹਾਂ ਵੀ ਇੱਕ ਖੇਤ ਦੇ ਵਿੱਚ ਕੰਮ ਕਰਨ ਲਈ 5 ਵਿਅਕਤੀਆਂ ਦੀ ਲੋੜ ਸੀ, ਪਰੰਤੂ ਉੱਥੇ 9 ਜਾਂ 10 ਵਿਅਕਤੀ ਕੰਮ ਵਿੱਚ ਲੱਗ ਗਏ। ਇੱਥੇ 4 ਜਾਂ 5 ਜਿਹੜੇ ਵਿਅਕਤੀ ਆ ਉਹ ਵਾਧੂ ਜਾਂ ਛੁਪੇ ਹੋਏ ਬੇਰੁਜ਼ਗਾਰ ਪਾਏ ਗਏ। ਭਾਵ ਜੇਕਰ 5 ਵਿਅਕਤੀ ਉਸ ਖੇਤ ਵਿੱਚ ਕੰਮ ਕਰਦੇ ਆ ਤਾਂ ਉਤਪਾਦਨ ਓਨਾ ਹੀ ਹੁੰਦਾ ਹੈ ਜਿੰਨੇ 9 ਜਾਂ 10 ਵਿਅਕਤੀ ਕੰਮ ਕਰਕੇ ਉਤਪਾਦਨ ਹੁੰਦਾ ਹੈ। ਤਾਂ ਜਿਹੜੇ 4 ਜਾਂ 5 ਵਿਅਕਤੀ ਹੈਗੇ ਆ ਉਹ ਉਸ ਵਿੱਚ ਛੁਪੇ ਹੋਏ ਬੇਰੁਜ਼ਗਾਰ ਪਾਏ ਜਾਂਦੇ ਹਨ। ਜੇਕਰ ਇਹਨਾਂ ਵਿਅਕਤੀਆਂ ਨੂੰ ਉਸ ਕੰਮ ਤੋਂ ਹਟਾ ਕੇ ਹੋਰ ਕੰਮ ਵਿੱਚ ਲਾਇਆ ਜਾਵੇ ਤਾਂ ਉਤਪਾਦਨ ਦੇ ਵਿੱਚ ਕੋਈ ਫਰਕ ਨਹੀਂ ਪੈਣਾ। ਇਸ ਉਦਾਹਰਨ ਤੋਂ ਤੁਹਾਨੂੰ ਬਿਲਕੁਲ ਇਹ ਸਪਸ਼ਟ ਹੋ ਗਿਆ ਹੋਵੇਗਾ। ਇਸ ਤੋਂ ਇਲਾਵਾ ਬੇਰੁਜ਼ਗਾਰੀ ਦੇ ਕੀ ਪ੍ਰਭਾਵ ਆ? ਬੇਰੁਜ਼ਗਾਰੀ ਨਾਲ ਜਿਹੜਾ ਇਹ ਮਨੁੱਖੀ ਸਾਧਨ ਹੈ ਜਾਂ ਮਨੁੱਖੀ ਸੰਸਾਧਨ ਹੈ, ਉਹਨਾਂ ਦੀ ਬਰਬਾਦੀ ਹੁੰਦੀ ਹੈ। ਬੇਰੁਜ਼ਗਾਰ ਲੋਕ ਆ ਜਿਹੜੇ ਉਹ ਪਰਿਸੰਪਤੀ ਦੀ ਬਜਾਏ ਸਮਾਜ ਲਈ ਦੇਣਦਾਰੀ ਬਣ ਜਾਂਦੇ ਹੈ। ਬੇਰੁਜ਼ਗਾਰੀ ਗਰੀਬੀ ਵਧਾਉਂਦੀ ਆ, ਲੋਕ ਨਿਰਾਸ਼ ਹੋ ਜਾਂਦੇ ਹਨ, ਉਹ ਆਪਣੇ ਪਰਿਵਾਰ ਨੂੰ ਆਰਥਿਕ ਸਹਾਇਤਾ ਦੇਣ ਵਿੱਚ ਅਸਫਲ ਹੋ ਜਾਂਦੇ ਹਨ। ਕਾਰਜਸ਼ੀਲ ਜਨਸੰਖਿਆ ਉੱਤੇ ਬੇਰੁਜ਼ਗਾਰੀ ਨਿਰਭਰਤਾ ਸਮਾਜ ਦੇ ਜੀਵਨ ਲਈ ਗੁਣਵੱਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ। ਇਸ ਨਾਲ ਹੀ ਉਹਨਾਂ ਦੀ ਸਿਹਤ ਦੇ ਵਿੱਚ ਵੀ ਗਿਰਾਵਟ ਆ ਜਾਂਦੀ ਹੈ। ਬੇਰੁਜ਼ਗਾਰੀ ਦੇ ਵਿੱਚ ਵਾਧਾ ਕਮਜ਼ੋਰ ਅਰਥ ਵਿਵਸਥਾ ਦਾ ਸੂਚਕ ਮੰਨਿਆ ਜਾਂਦਾ ਹੈ। ਭਾਰਤ ਸਰਕਾਰ ਨੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਬਹੁਤ ਸਾਰੇ ਵਿਸ਼ੇਸ਼ ਪ੍ਰੋਗਰਾਮ ਚਲਾਏ ਹਨ, ਜਿਨ੍ਹਾਂ ਦੀ ਆਪਾਂ ਗੱਲ ਕਰੀਏ। ਸਵਰਨ ਜਯੰਤੀ ਗ੍ਰਾਮ ਸਵੈ ਰੁਜ਼ਗਾਰ ਯੋਜਨਾ, ਜਿਸ ਨੂੰ SJGRY ਕਿਹਾ ਜਾਂਦਾ ਹੈ। ਐਸ ਤੇ ਸਵਰਨ, ਜੇ ਤੇ ਜਯੰਤੀ, ਜੀ ਤੇ ਗ੍ਰਾਮ ਰੁਜ਼ਗਾਰ ਯੋਜਨਾ। ਉਸ ਤੋਂ ਇਲਾਵਾ ਸੰਪੂਰਨ ਗ੍ਰਾਮੀਣ ਰੁਜ਼ਗਾਰ ਯੋਜਨਾ SGRY। ਉਸ ਤੋਂ ਇਲਾਵਾ ਮਨਰੇਗਾ, ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲਾਇਮੈਂਟ ਗਰੰਟੀ ਐਕਟ, ਇਹ ਜਿਹੜੇ ਚਲਾਏ ਗਏ ਹੈਗੇ ਆ, ਜਿਸ ਨਾਲ ਭਾਰਤ ਸਰਕਾਰ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰ ਰਹੀ ਹੈ। ਇਸ ਤਰ੍ਹਾਂ ਅਸੀਂ ਇਸ ਪਾਠ ਵਿੱਚ ਦੇਖਦੇ ਹਾਂ ਕਿ ਇੱਕ ਸਿਹਤਮੰਦ ਪੜ੍ਹਿਆ ਲਿਖਿਆ ਵਿਅਕਤੀ ਜਾਂ ਕਿਸੇ ਦੇਸ਼ ਦੇ ਵਿੱਚ ਸਿਹਤਮੰਦ ਜਾਂ ਪੜ੍ਹੇ ਲਿਖੇ ਲੋਕ ਆ ਜਿਹੜੇ ਉਹ ਦੇਸ਼ ਦੀ ਕੁੱਲ ਉਤਪਾਦਕਤਾ ਨੂੰ ਵਧਾਉਂਦੇ ਹਨ ਅਤੇ ਦੇਸ਼ ਦੇ ਵਿਕਾਸ ਦੇ ਵਿੱਚ ਆਪਣਾ ਅਹਿਮ ਯੋਗਦਾਨ ਪਾਉਂਦੇ ਹਨ। ਉਹਨਾਂ ਨੂੰ ਆਪਾਂ ਮਨੁੱਖੀ ਸੰਸਾਧਨ ਜਾਂ ਮਨੁੱਖੀ ਸਾਧਨ ਦੇ ਰੂਪ ਵਿੱਚ ਲੈਂਦੇ ਹਾਂ। ਤਾਂ ਬੱਚਿਓ, ਇਹ ਆਪਣਾ ਜਿਹੜਾ ਮਨੁੱਖੀ ਸੰਸਾਧਨ ਵਾਲਾ ਟੌਪਿਕ ਸੀਗਾ, ਜਿਸ ਦੇ ਵਿੱਚ ਆਪਾਂ ਸਿਹਤ ਬਾਰੇ ਵੀ ਗੱਲ ਕੀਤੀ ਹੈ, ਸਾਖਰਤਾ ਬਾਰੇ ਵੀ ਗੱਲ ਕੀਤੀ ਹੈ, ਬੇਰੁਜ਼ਗਾਰੀ ਬਾਰੇ ਵੀ ਗੱਲ ਕੀਤੀ ਹੈਗੀ ਆ। ਇਸ ਟੌਪਿਕ ਦੇ ਵਿੱਚੋਂ ਆਰਥਿਕ ਅਤੇ ਗੈਰ ਆਰਥਿਕ ਕਿਰਿਆਵਾਂ ਸੰਬੰਧੀ ਪ੍ਰਸ਼ਨ, ਸਾਖਰਤਾ ਉੱਪਰ ਪ੍ਰਸ਼ਨ ਆਉਣ ਦੀ ਸੰਭਾਵਨਾ ਹੋ ਜਾਂਦੀ ਹੈ। ਅਤੇ ਜਿਹੜਾ ਪਾਪੂਲੇਸ਼ਨ ਵਾਲਾ ਪਾਰਟ ਹੈਗਾ, ਜਿਹੜਾ ਉਹ ਆਪਾਂ ਪੂਰਾ ਲੈਸਨ, ਜਿਹੜਾ ਇੱਕ ਪੂਰਾ ਟੌਪਿਕ ਹੈ ਜਿਹੜਾ ਉਹ ਆਪਾਂ ਕਰਾਂਗੇ, ਜਿਸ ਵਿੱਚ ਆਪਾਂ ਜਨਸੰਖਿਆ ਬਾਰੇ ਪੂਰੀ ਤਰ੍ਹਾਂ ਕਲੀਅਰ ਕਰਾਂਗੇ। ਧੰਨਵਾਦ।